ਧੰਨ ਵਾਹਿਗੁਰੂ ਸਾਹਿਬ ਜੀ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਝੈ ਬਿਨਾ ਹਉ ਕਿਤਹੀ ਨਾ ਲੇਖੈ, ਬਚਨ ਦੇਹ ਛੋੜ ਨ ਜਾਸਾ ਹੈ। ਤਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਰੇ ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵਹੁ ਦਿਨ ਰਾਤ ਸਦੇਰੇ। ਬਿਨ ਸਤਿਗੁਰ ਪਚ ਮੋਏ ਸਾਕਤ, ਨਿਗੁਰੇ ਗਲ ਜਮ ਫਾਸਾ ਹੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂ ਰਾਲ। ਮੇਰੇ ਮਨ ਬੈਰਾਗ ਭਇਆ, ਦਰਸ਼ਨ ਦੇਖਣੈ ਕਾ ਚਾਉ। ਧੰਨ ਸੋ ਤੇਰਾ ਥਾਨ, ਮੇਰੇ ਮਨ ਬੈਰਾਗ ਭਇਆ। ਦਰਸ਼ਨ ਦੇਖਣੈ ਕਾ ਚਾਉ। ਧੰਨ ਸੋ ਤੇਰਾ ਥਾਨ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ, ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਤੇ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਅਤ ਧੰਨਤਾ ਦੇ ਪਾਤਰ ਹਾਂ। ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ
ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪੋ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਅੱਜ ਦਾ ਪਾਵਨ ਸ਼ਬਦ ਸ਼੍ਰੀ ਰਾਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਪਾਵਨ ਅੰਕ 50 ਅਤੇ 51 ਤੇ ਸੁਭਾਈਮਾਨ ਹੈ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮੇ ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਧੰਨ ਸੋ ਤੇਰਾ ਥਾਨ ਰਹਾਓ। ਪਾਤਸ਼ਾਹ ਜੀ ਕਹਿੰਦੇ ਮੇਰੇ ਮਨ ਦੇ ਅੰਦਰ ਮਾਲਕ ਦੇ ਦਰਸ਼ਨ ਕਰਨ ਦਾ ਚਾਉ ਪੈਦਾ ਹੋਇਆ। ਬੈਰਾਗ ਦਾ ਅਰਥ ਹੈ ਪ੍ਰੇਮ। ਮਾਲਕ ਜੀ ਕਹਿੰਦੇ ਧਨ ਹੈ ਉਹ ਹਿਰਦਾ, ਧਨ ਹੈ ਉਹ ਸਰੀਰ ਜਿਸ ਹਿਰਦੇ ਦੇ ਅੰਦਰ ਮਾਲਕ ਦੀ ਯਾਦ ਹੈ, ਜਿਸ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਵਾਸ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪ੍ਰੇਮ ਦੀ ਗੱਲ ਕਰਦੇ ਹਾਂ, ਮਾਲਕ ਜੀ ਦੇ ਨਾਲ ਜਦੋਂ ਜੁੜਨ ਦੀ ਗੱਲ ਆਈ, ਪਾਤਸ਼ਾਹ ਜੀ ਕਹਿੰਦੇ ਗੱਲ ਸ਼ੁਰੂ ਹੀ ਪ੍ਰੇਮ ਤੋਂ ਹੋਣੀ ਹੈ। ਪ੍ਰੇਮ ਤੋਂ ਬਿਨਾ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਨਹੀਂ ਪਾ ਸਕਦਾ, ਉਹਦੀ ਭਗਤੀ ਨਹੀਂ ਕਰ ਸਕਦਾ। ਮਾਲਕ ਜੀ ਕਹਿੰਦੇ ਜਿੰਨਾ ਸਮਾਂ ਹਿਰਦੇ ਅੰਦਰ ਪ੍ਰੇਮ ਨਹੀਂ ਹੈ, ਓਨਾ ਸਮਾਂ ਮਾਲਕ ਦੇ ਨਾਲ ਸਾਂਝ ਨਹੀਂ ਬਣਨੀ। ਜਦੋਂ ਅਸੀਂ ਸੰਸਾਰ ਦੇ ਅੰਦਰ ਵੇਖਦੇ ਹਾਂ, ਮਨੁੱਖ ਆਪਣੇ ਕੰਮਾਂ ਕਾਰਾਂ ਦੌਰਾਨ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਸੰਬੰਧ ਜੋੜਦਾ। ਬਹੁਤ ਸਾਰੇ ਰਿਸ਼ਤੇ ਪਰਿਵਾਰ ਦੇ ਵਿੱਚ ਇੱਦਾਂ ਦੇ ਮੈਂਬਰ ਹੁੰਦੇ ਨੇ ਜਿਸ ਦੇ ਨਾਲ ਮਨੁੱਖ ਦੀ ਨੇੜਤਾ ਬਹੁਤ ਜ਼ਿਆਦਾ ਹੈ, ਮਨੁੱਖ ਦੇ ਨਾਲ ਬਹੁਤ ਜ਼ਿਆਦਾ ਸਾਂਝ ਹੈ। ਸਰੀਰਕ ਤੌਰ ਤੇ ਮਨੁੱਖ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹੈ, ਬਹੁਤ ਸਾਰੇ ਵਿਅਕਤੀਆਂ ਨੂੰ ਮਿਲਦਾ ਹੈ, ਪਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਵਿਅਕਤੀ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਮਨੁੱਖ ਦੀ ਬਹੁਤ ਜ਼ਿਆਦਾ ਨੇੜਤਾ ਹੁੰਦੀ ਹੈ, ਬਹੁਤ ਜ਼ਿਆਦਾ ਸਾਂਝ ਹੁੰਦੀ ਹੈ। ਜਿਸ ਦੇ ਨਾਲ ਜ਼ਿਆਦਾ ਸਾਂਝ ਹੋਵੇ ਉਸ ਨੂੰ ਮਿਲਣ ਦੀ ਹਰ ਸਮੇਂ ਹਿਰਦੇ ਦੇ ਅੰਦਰ ਤਾਂਘ ਬਣੀ ਰਹਿੰਦੀ ਹੈ। ਉਸ ਮਿਲਣ ਦੀ ਤਾਂਘ ਨੂੰ, ਉਸ ਮਿਲਣ ਦੀ ਇੱਛਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਨੁਸਾਰ ਪ੍ਰੇਮ ਦਾ ਨਾਮ ਦਿੱਤਾ ਜਾਂਦਾ ਹੈ। ਮਿਲਣ ਦੀ ਪੈਦਾ ਹੋਈ ਖਿੱਚ, ਇੱਛਾ ਪ੍ਰੇਮ ਖਵਾਉਂਦੀ ਹੈ। ਜਦੋਂ ਪ੍ਰੇਮ ਦੀ ਗੱਲ ਆਈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਹਿਰਦੇ ਅੰਦਰ ਕਿਸੇ ਪ੍ਰਤੀ ਪ੍ਰੇਮ ਪੈਦਾ ਹੋਵੇ ਨਾ, ਮਾਲਕ ਜੀ ਕਹਿੰਦੇ ਹਿਰਦੇ ਦੇ ਵਿੱਚੋਂ ਫਿਰ ਹਉਮੈ ਹੰਕਾਰ ਦੀ ਜਿਹੜੀ ਗੱਲ ਹੈ, ਮੈਂ ਵਾਲੀ ਜਿਹੜੀ ਗੱਲ ਹੈ, ਆਪਾ ਭਾਵ ਹੈ ਜਿਹੜਾ ਉਹ ਤੇ ਖਤਮ ਹੋ ਜਾਂਦਾ ਹੈ। ਕਿਉਂਕਿ ਸੰਬੰਧ ਹੈ ਜਿਹੜਾ ਮੈਂ ਤੋਂ ਦੂਰ ਹੋ ਕੇ ਤੂੰ ਨਾਲ ਬਣ ਗਿਆ। ਮਾਲਕ ਜੀ ਕਹਿੰਦੇ ਜਿੰਨਾ ਸਮਾਂ ਮੈਂ ਨੂੰ ਛੱਡ ਕੇ ਸੰਬੰਧ ਤੂੰ ਨਾਲ ਨਹੀਂ ਬਣਾਉਂਦਾ, ਓਨਾ ਸਮਾਂ ਸੱਜਣਾ ਗੱਲ ਨਹੀਂ ਬਣਨੀ। ਜਿਸ ਪ੍ਰਤੀ ਪਿਆਰ ਹੋਵੇ
ਮਨੁੱਖ ਉਸ ਦੇ ਲਈ ਆਪਣਾ ਕੁਰਬਾਨ ਕਰਨ ਤੱਕ ਜਾਂਦੇ, ਆਪਾਂ ਕੁਰਬਾਨ ਕਰਨ ਤੱਕ ਜਾਂਦੇ। ਕਿਉਂਕਿ ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀ ਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਹ ਪ੍ਰੇਮ ਦੀ ਹੀ ਸਾਰੀ ਖੇਡ ਸੀ, ਇਹ ਪ੍ਰੇਮ ਹੀ ਸੀ ਜਿਸ ਕਰਕੇ ਮਾਲਕ ਨੇ ਸਾਡੀ ਖਾਤਰ ਆਪਣਾ ਪਰਿਵਾਰ ਤੱਕ ਵਾਰ ਦਿੱਤਾ। ਇਹ ਪ੍ਰੇਮ ਹੀ ਸੀ, ਪ੍ਰੇਮ ਦੀ ਹੀ ਭਾਵਨਾ ਸੀ ਜਿਸ ਕਰਕੇ ਆਪਣੇ ਸਿੱਖਾਂ ਦੇ ਪ੍ਰਤੀ ਮਾਲਕ ਨੇ ਬਚਨ ਸਾਂਝੇ ਕੀਤੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਪ੍ਰੇਮ ਦੀ ਭਾਵਨਾ ਦੇ ਵਿੱਚ ਆ ਕੇ ਮੇਰੇ ਮਾਲਕ ਨੇ ਖਾਲਸੇ ਨੂੰ ਸਤਿਗੁਰ ਤੱਕ ਵੀ ਕਹਿ ਦਿੱਤਾ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਪ੍ਰੇਮ ਹੀ ਇੱਕ ਐਸੀ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਪਹੁੰਚ ਕੇ ਮਨੁੱਖ ਮਾਲਕ ਦੇ ਨਾਲ ਜੁੜ ਜਾਂਦਾ ਹੈ। ਜਿਹੜਾ ਫਿਰ ਜੁੜ ਜਾਂਦਾ ਹੈ ਉਹ ਆਪਣੇ ਪਿਆਰੇ ਦੇ ਲਈ ਆਪਣਾ ਆਪਾ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਮੇਰੇ ਮਾਲਕ ਨੇ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕੀਤੀ, ਪਾਤਸ਼ਾਹ ਜੀ ਕਹਿੰਦੇ ਗੱਲ ਪ੍ਰੇਮ ਤੋਂ ਸ਼ੁਰੂ ਕਰਨੀ ਪੈਣੀ ਹੈ। ਸੰਸਾਰ ਦੇ ਅੰਦਰ ਪ੍ਰੇਮ ਦੀ ਜਦੋਂ ਗੱਲ ਕਰਦੇ ਆ, ਪਿਆਰ ਦੀ ਜਦੋਂ ਗੱਲ ਕਰਦੇ ਆ, ਦੁਨਿਆਵੀ ਵਿਆਖਿਆ ਦੇ ਅਨੁਸਾਰ ਪ੍ਰੇਮ ਕਰਨ ਦੀ ਨਿਸ਼ਾਨੀ, ਪਿਆਰ ਕਰਨ ਦੀ ਨਿਸ਼ਾਨੀ ਕੁਝ ਹੋਰ ਹੈ। ਪਰ ਮਾਲਕ ਜੀ ਕਹਿੰਦੇ ਜਿਸ ਦੀ ਸਾਂਝ ਬਣ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਅਸਲ ਦੇ ਵਿੱਚ ਪ੍ਰੇਮ ਹੈ ਕੀ ਹੈ। ਮਾਲਕ ਜੀ ਕਹਿੰਦੇ ਧਨ ਫਿਰ ਇਹ ਨਾ ਆਖੀਐ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਮਾਲਕ ਜੀ ਕਹਿੰਦੇ ਦੋ ਸਰੀਰਾਂ ਦਾ ਆਪਸ ਦੇ ਵਿੱਚ ਮਿਲ ਕੇ ਬਹਿ ਜਾਣਾ, ਦੋ ਸਰੀਰਾਂ ਦਾ ਆਪਸੀ ਸੰਬੰਧ, ਇਹ ਸੰਬੰਧ ਪਤੀ ਪਤਨੀ ਦਾ ਸੰਬੰਧ ਨਹੀਂ ਅਖਵਾਉਂਦਾ, ਪਤੀ ਪਤਨੀ ਨਹੀਂ ਅਖਵਾਉਂਦਾ। ਮਾਲਕ ਜੀ ਕਹਿੰਦੇ ਅਸਲ ਦੇ ਵਿੱਚ ਪਤੀ ਪਤਨੀ ਦਾ ਜਿਹੜਾ ਮਿਲਾਪ ਹੈ ਉਹ ਦੋ ਰੂਹਾਂ ਦਾ ਮੇਲ ਹੈ। ਗੱਲ ਪ੍ਰੇਮ ਤੋਂ ਸ਼ੁਰੂ ਕਰਨੀ ਪੈਣੀ ਹੈ। ਜਿਸ ਦੇ ਨਾਲ ਪ੍ਰੇਮ ਹੋਵੇ ਮਨੁੱਖ ਆਪਣਾ ਆਪਾ ਤੱਕ ਕੁਰਬਾਨ ਕਰ ਜਾਂਦੇ। ਮਾਲਕ ਜੀ ਕਹਿੰਦੇ ਮੇਰੇ ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਉ। ਮੇਰੇ ਮਨ ਦੇ ਅੰਦਰ ਮਾਲਕ ਦੇ ਦਰਸ਼ਨ ਕਰਨ ਦਾ, ਮਾਲਕ ਦੇ ਨਾਲ ਪ੍ਰੇਮ ਕਰਨ ਦਾ ਪਿਆਰ ਪੈਦਾ ਹੋਇਆ। ਧਨ ਸੋ ਤੇਰਾ ਥਾਨ, ਧਨ ਹੈ ਉਹ ਸਰੀਰ, ਧਨ ਹੈ ਉਹ ਹਿਰਦਾ ਜਿਸ ਹਿਰਦੇ ਦੇ ਵਿੱਚ ਮਾਲਕ ਦੀ ਯਾਦ ਹੈ। ਜਿਨ੍ਹਾਂ ਦੀ ਸਾਂਝ ਮਾਲਕ ਦੇ ਚਰਨਾਂ ਨਾਲ ਬਣ ਜਾਂਦੀ ਹੈ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਗੁਰਬਾਣੀ ਦੇ ਅੰਦਰ ਪਾਵਨ ਸ਼ਬਦਾਂ ਨੂੰ ਵਿਚਾਰ ਰਹੇ ਹਾਂ। ਬਹੁਤ ਵਾਰ ਗੁਰੂ ਸਾਹਿਬ ਜੀ ਨੇ ਮਨੁੱਖੀ ਮਨ ਨੂੰ ਸਮਝਾਉਣ ਦਾ ਯਤਨ ਕੀਤਾ। ਕੱਲ ਵਾਲੇ ਸ਼ਬਦ ਦੇ ਵਿੱਚ ਵੀ ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਅਨੇਕਾਂ ਤਰੀਕਿਆਂ ਦੇ ਨਾਲ ਸੰਸਾਰੀ ਉਦਾਹਰਨਾਂ ਦੇ ਦੇ ਕੇ ਮਨੁੱਖੀ ਮਨ ਨੂੰ ਸਮਝਾਇਆ, ਸੱਜਣਾ ਤੇਰੇ ਕੋਲ ਸਮਾਂ ਬਹੁਤ ਥੋੜ੍ਹਾ ਹੈ, ਤੂੰ ਇਸ ਸੰਸਾਰ ਦੇ ਵਿੱਚ ਬਹੁਤੇ ਖਿਲਾਰੇ ਨਾ ਖਿਲਾਰ। ਹੋ ਸਕਦਾ ਹੈ ਤੂੰ ਬੁਢਾਪੇ ਦੀ ਅਵਸਥਾ ਤੱਕ ਵੀ ਨਾ ਪਹੁੰਚੇ। ਅੱਜ ਫਿਰ ਮੇਰੇ ਮਾਲਕ ਨੇ ਸੰਸਾਰੀ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਤਾਂ ਕਰਕੇ ਕਿ ਮਨ ਸਮਝ ਜਾਵੇ, ਇਸ ਦੇ ਅੰਦਰ ਮਾਲਕ ਦੀ ਯਾਦ ਪੈਦਾ ਹੋ ਜਾਵੇ। ਮਾਲਕ ਜੀ ਕਹਿੰਦੇ ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਾਲਕ ਜੀ ਕਹਿੰਦੇ ਹੇ ਸਰੀਰ ਜੀਵ ਰੂਪ ਇਸਤਰੀ, ਤੂੰ ਓਨਾ ਸਮਾਂ ਇਸ ਸੰਸਾਰ ਦੇ ਵਿੱਚ ਸੁਖੀ ਵਸਦੀ ਹੈ, ਓਨਾ ਸਮਾਂ ਸੁਖੀ ਵਸੇਂਗੀ ਜਿੰਨਾ ਸਮਾਂ ਤੇਰਾ ਖਸਮ ਪਤੀ ਜੀਵਾਤਮਾ ਤੇਰੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ
ਜਦੋਂ ਜੀਵਾਤਮਾ ਤੇ ਮਨੁੱਖੀ ਸਰੀਰ ਦੇ ਸੰਬੰਧ ਦੀ ਗੱਲ ਕੀਤੀ, ਮਾਲਕ ਜੀ ਨੇ ਜਿਹੜਾ ਮਨੁੱਖੀ ਸਰੀਰ ਹੈ ਉਸ ਨੂੰ ਇਸਤਰੀ ਆਖਿਆ ਹੈ, ਤੇ ਜਿਹੜੀ ਜੀਵਾਤਮਾ ਹੈ ਜਿਸ ਕਰਕੇ ਮਨੁੱਖ ਚੱਲਦਾ ਫਿਰਦਾ ਹੈ, ਸਭ ਕੁਝ ਕਰਦਾ ਹੈ, ਉਸ ਨੂੰ ਮੇਰੇ ਮਾਲਕ ਨੇ ਇਸਤਰੀ ਰੂਪ ਕਾਇਆ ਦਾ ਪਤੀ ਆਖਿਆ ਹੈ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਦੋਂ ਤੇਰਾ ਸਾਥੀ, ਜਦੋਂ ਤੇਰਾ ਕੰਤ ਜੀਵਾਤਮਾ ਤੈਨੂੰ ਛੱਡ ਕੇ ਚਲਿਆ ਗਿਆ, ਤੂੰ ਇਸ ਸੰਸਾਰ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਜਾਣਾ। ਕਿਉਂਕਿ ਜਿਹੜਾ ਸਰੀਰ ਹੈ ਗੁਰੂ ਪਿਆਰ ਵਾਲਿਓ, ਜਦੋਂ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣ, ਸਰੀਰ ਹੈ ਜਿਹੜਾ ਉਹ ਤੇ ਮਿੱਟੀ ਦੇ ਵਿੱਚ ਮਿਲ ਜਾਂਦਾ ਹੈ। ਮਾਲਕ ਜੀ ਕਹਿੰਦੇ ਜਿੰਨਾ ਸਮਾਂ ਤੇਰੇ ਨਾਲ ਇਹ ਸਾਥੀ ਹੈ, ਓਨਾ ਸਮਾਂ ਤੇਰਾ ਇਸ ਸੰਸਾਰ ਦੇ ਵਿੱਚ ਬਹੁਤ ਸਤਿਕਾਰ ਹੈ। ਮੰਗਲਾਚਰਨ ਦੇ ਰੂਪ ਦੇ ਵਿੱਚ ਆਪਾਂ ਨੇ ਇੱਕ ਪਾਵਨ ਸ਼ਬਦ ਪੜ੍ਹਿਆ, ਧਨ ਕਹੈ ਤੂੰ ਬਸ ਮੈਂ ਨਾਲੇ। ਮਨੁੱਖੀ ਸਰੀਰ ਦਾ ਜੀਵਾਤਮਾ ਦੇ ਨਾਲ ਇੰਨਾ ਕੁ ਪਿਆਰ ਹੈ, ਜੀਵ ਰੂਪ ਇਸਤਰੀ ਕਾਇਆ ਜੀਵਾਤਮਾ ਪਤੀ ਦੇ ਅੱਗੇ ਤਰਲਾ ਕਰਦੀ ਹੈ, ਮਿੰਨਤ ਕਰਦੀ ਹੈ, ਧਨ ਕਹੈ ਤੂੰ ਬਸ ਮੈਂ ਨਾਲੇ। ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਹੇ ਮੇਰੇ ਪਤੀ, ਮੈਂ ਤੈਨੂੰ ਆਖਦੀ ਹਾਂ, ਤੂੰ ਮੇਰੇ ਨਾਲ ਸਦਾ ਹੀ ਅੰਗ ਸੰਗ ਵਸਦਾ ਰਹਿ। ਪ੍ਰੇ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹਉ ਕਿਤ ਹੀ ਨਾ ਲੇਖੈ, ਬਚਨ ਦੇਹ ਛੋੜ ਨਾ ਜਾਸਾ ਹੈ। ਤੂੰ ਮੇਰੇ ਨਾਲ ਇੱਕ ਇਕਰਾਰ ਕਰ। ਕਾਇਆ ਰੂਪ ਇਸਤਰੀ ਜੀਵਾਤਮਾ ਨੂੰ ਕਹਿ ਰਹੀ ਹੈ, ਤੂੰ ਮੇਰੇ ਨਾਲ ਇੱਕ ਇਕਰਾਰ ਕਰ, ਵਾਅਦਾ ਕਰ, ਬਚਨ ਕਰ, ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਗਾ। ਅੱਗੇ ਮਾਲਕ ਜੀ ਬਚਨ ਕਰਦੇ ਹਨ, ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਏ ਨਾ ਪੁੱਛੈ ਤੇਰੀ ਬਾਤ। ਇਸ ਬੰਦ ਦੇ ਅੰਦਰ ਜਿਹੜਾ ਕੰਤ ਸ਼ਬਦ ਆਇਆ ਉਹ ਜੀਵਾਤਮਾ ਵਾਸਤੇ ਆਇਆ, ਜਿਹੜਾ ਕਿ ਕਾਇਆ ਰੂਪ ਇਸਤਰੀ ਦਾ ਪਤੀ ਹੈ। ਮਾਲਕ ਜੀ ਕਹਿੰਦੇ ਜਿਚਰ ਵਸਿਆ ਕੰਤ ਘਰ। ਹੇ ਕਾਇਆ ਰੂਪੀ ਜੀਵ ਇਸਤਰੀ, ਜਿੰਨਾ ਸਮਾਂ ਤੇਰੇ ਨਾਲ ਤੇਰਾ ਪਤੀ ਜੀਵਾਤਮਾ ਵਸਦਾ ਹੈ, ਓਨਾ ਸਮਾਂ ਤੇਰਾ ਇਸ ਸੰਸਾਰ ਦੇ ਵਿੱਚ ਬਹੁਤ ਸਤਿਕਾਰ ਹੁੰਦਾ ਹੈ, ਬੜਾ ਤੈਨੂੰ ਮਾਣ ਸਤਿਕਾਰ ਮਿਲਦਾ ਹੈ। ਜਿਸ ਨੂੰ ਵੀ ਮਨੁੱਖ ਮਿਲਦਾ ਹੈ ਸਤਿਕਾਰ ਦੇ ਨਾਲ ਬੁਲਾਉਂਦਾ ਹੈ, ਜੀ ਜੀ ਕਹਿ ਕੇ ਸੰਬੋਧਨ ਕਰਦਾ ਹੈ। ਪ੍ਰੇ ਸੁਖ ਵਾਸੀ ਬਾਲ ਗੋਪਾਲੇ, ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਬੜਾ ਸਤਿਕਾਰ ਮਿਲਦਾ ਹੈ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਜੀਵਾਤਮਾ ਨੇ ਤੈਨੂੰ ਛੱਡ ਦਿੱਤਾ ਤਾਂ ਤੇਰੀ ਇਸ ਸੰਸਾਰ ਦੇ ਵਿੱਚ ਕਿਸੇ ਨੇ ਬਾਤ ਨਹੀਂ ਪੁੱਛਣੀ। ਇਸ ਕਰਕੇ ਮਾਲਕ ਜੀ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿ ਮਨੁੱਖ ਸਮਝ ਜਾਵੇ। ਜੀਵਾਤਮਾ ਅੱਗੋਂ ਫਿਰ ਜਵਾਬ ਦਿੰਦੀ ਹੈ, ਜੀਵਾਤਮਾ ਅੱਗੋਂ ਫਿਰ ਜਵਾਬ ਦਿੰਦਾ ਹੈ, ਧਨ ਕਹੈ ਤੂੰ ਬਸ ਮੈਂ ਨਾਲੇ। ਕਾਇਆ ਰੂਪ ਇਸਤਰੀ ਕਹਿ ਰਹੀ ਹੈ, ਮੇਰੇ ਨਾਲ ਅੰਗ ਸੰਗ ਵਸਦਾ ਰਹੀਂ, ਤੇਰੇ ਕਰਕੇ ਮੈਨੂੰ ਸਤਿਕਾਰ ਮਿਲਦਾ। ਫਿਰ ਕਹਿਆ ਹਾਂ ਹੁਕਮੀ ਬੰਦਾ। ਜੀਵਾਤਮਾ ਸਰੀਰ ਨੂੰ ਕਹਿ ਰਿਹਾ ਹੈ, ਮੈਂ ਤੇ ਉਸ ਮਾਲਕ ਦੇ ਹੁਕਮ ਦੇ ਵਿੱਚ ਬੱਝਾ ਹੋਇਆ, ਮੈਂ ਤੇ ਉਸ ਪਰਮਾਤਮਾ ਦਾ ਗੁਲਾਮ ਆ। ਕਾਇਆ ਰੂਪ ਇਸਤਰੀ ਨੂੰ ਲੱਗਦਾ ਹੈ ਕਿ ਸਭ ਕੁਝ ਜੀਵਾਤਮਾ ਦੇ ਹੱਥ ਹੈ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਮੈਂ ਤੇ ਆਪ ਉਸ ਪਰਮਾਤਮਾ ਦਾ ਗੁਲਾਮ ਹਾਂ, ਮੇਰੇ ਤੋਂ ਉੱਪਰ ਕੋਈ ਹੋਰ ਵੀ ਹੈ ਜਿਸ ਦਾ ਮੇਰੇ ਉੱਪਰ ਹੁਕਮ ਚੱਲਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਆਖੋ ਸਤਨਾਮ। ਜੀਵਾਤਮਾ ਕਹਿਣ ਲੱਗਾ,
ਜਿੰਨਾ ਸਮਾਂ ਮੇਰੇ ਮਾਲਕ ਨੇ ਤੇਰੇ ਨਾਲ ਅੰਗ ਸੰਗ ਵਸਣ ਵਾਸਤੇ ਮਾਲਕ ਨੇ ਡਿਊਟੀ ਲਗਾਈ ਹੈ, ਮੈਂ ਓਨਾ ਸਮਾਂ ਹੀ ਤੇਰੇ ਨਾਲ ਰਹਿ ਸਕਦਾ। ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜਦੋਂ ਉਸ ਮਾਲਕ ਦਾ ਸੱਦਾ ਆ ਗਿਆ ਕਿ ਤੂੰ ਹੁਣ ਇਸ ਸਰੀਰ ਨੂੰ ਛੱਡ ਦੇ, ਮੈਂ ਤੈਨੂੰ ਛੱਡ ਕੇ ਚਲੇ ਜਾਣਾ। ਜੋ ਪ੍ਰਿਯ ਬਚਨ ਕਹੇ ਧਨ ਸਾਚੇ, ਜੀਵਾਤਮਾ ਸਮੇਂ ਸਮੇਂ ਤੇ ਕਾਇਆ ਰੂਪ ਇਸਤਰੀ ਨੂੰ ਸਮਝਾਉਂਦਾ ਹੈ, ਪਰ ਕਾਇਆ ਰੂਪ ਇਸਤਰੀ ਹੈ ਜਿਹੜੀ ਸਮਝਦੀ ਨਹੀਂ ਹੈ। ਜੋ ਪ੍ਰਿਯ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੈ ਚੰਚਲ ਕਾਚੇ। ਮਨੁੱਖੀ ਮਨ ਚੰਚਲਤਾਈ ਦੇ ਕਾਰਨ ਇਹ ਕਾਇਆ ਰੂਪ ਇਸਤਰੀ ਹੈ ਜਿਹੜੀ ਜੀਵਾਤਮਾ ਦੀ ਗੱਲ ਸਮਝਦੀ ਨਹੀਂ ਹੈ। ਜੋ ਪ੍ਰਿਯ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੈ ਚੰਚਲ ਕਾਚੇ। ਬਹੁਰ ਬਹੁਰ ਪਿਰਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਜਦੋਂ ਵੀ ਜੀਵਾਤਮਾ ਗੱਲ ਕਰਦੀ ਹੈ ਕਿ ਮੈਂ ਤੈਨੂੰ ਛੱਡ ਕੇ ਚਲੇ ਜਾਣਾ, ਜਦੋਂ ਮਾਲਕ ਦਾ ਸੱਦਾ ਆ ਗਿਆ, ਇਸ ਕਾਇਆ ਰੂਪ ਇਸਤਰੀ ਨੇ ਹਰ ਸਮੇਂ ਜਿਹੜੀ ਗੱਲ ਹੈ ਉਹ ਹਾਸੇ ਦੇ ਵਿੱਚ ਕਹਿ ਕੇ ਟਾਲ ਦਿੱਤੀ। ਉਹ ਬਾਤ ਜਾਣੈ ਕਰ ਹਾਸਾ ਹੈ। ਬਹੁਰ ਬਹੁਰ ਪਿਰਹੀ ਸੰਗ ਮੰਗੈ। ਕਾਇਆ ਰੂਪ ਇਸਤਰੀ ਜੀਵਾਤਮਾ ਨੂੰ ਕਹਿੰਦੀ ਹੈ, ਮੇਰੇ ਨਾਲ ਹੀ ਬਸਦਾ ਰਹਿ, ਜੋ ਕੁਝ ਮੈਂ ਮੰਗਦੀ ਹਾਂ ਮੈਨੂੰ ਮੰਗਣ ਦੇ ਨਾਲ ਸਾਰੀਆਂ ਲੋੜਾਂ ਤੇਰੇ ਕੋਲੋਂ ਪੂਰੀਆਂ ਹੋ ਜਾਂਦੀਆਂ ਨੇ, ਸਾਰਾ ਕੁਝ ਮੈਨੂੰ ਪ੍ਰਾਪਤ ਹੋ ਜਾਂਦਾ ਹੈ। ਆਈ ਆਗਿਆ ਪਿਰਹੋਂ ਬੁਲਾਇਆ। ਮਾਲਕ ਜੀ ਕਹਿੰਦੇ ਜਦੋਂ ਸੱਦਾ ਆ ਗਿਆ, ਜੀਵਾਤਮਾ ਨੂੰ ਬੁਲਾ ਲਿਆ। ਕਾਇਆ ਰੂਪ ਇਸਤਰੀ ਦਾ ਜਿਹੜਾ ਪਤੀ ਹੈ ਜੀਵਾਤਮਾ, ਉਹਨੂੰ ਸੱਦਾ ਆ ਗਿਆ। ਆਈ ਆਗਿਆ ਪਿਰਹੋਂ ਬੁਲਾਇਆ, ਸਾ ਧਨ ਪੁੱਛੀ ਨਾ ਮਤਾ ਪਕਾਇਆ। ਕਾਇਆ ਰੂਪ ਇਸਤਰੀ ਨੂੰ ਜੀਵਾਤਮਾ ਰੂਪੀ ਪਤੀ ਨੇ ਪੁੱਛਿਆ ਨਹੀਂ ਕਿ ਮੈਂ ਹੁਣ ਤੈਨੂੰ ਛੱਡ ਕੇ ਜਾਣ ਲੱਗਾ। ਆਈ ਆਗਿਆ ਪਿਰਹੋਂ ਬੁਲਾਇਆ, ਸਾ ਧਨ ਪੁੱਛੀ ਨਾ ਮਤਾ ਪਕਾਇਆ। ਦੇਖ ਨਾਨਕ, ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਮਨੁੱਖ ਹੈ ਜਦੋਂ ਇਹ ਗੱਲ ਸਮਝਦਾ ਨਹੀਂ ਹੈ, ਊਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਜਿਹੜੀ ਜੀਵਾਤਮਾ ਵਾਰ-ਵਾਰ ਕਾਇਆ ਰੂਪ ਇਸਤਰੀ ਨੂੰ ਸਮਝਾਉਂਦੀ ਸੀ, ਸਮਝਦੀ ਨਹੀਂ ਸੀ, ਇੱਕ ਦਿਨ ਮਾਲਕ ਦਾ ਸੱਦਾ ਆ ਗਿਆ। ਸਰੀਰ ਦੇ ਨਾਲ ਸਲਾਹ ਵੀ ਨਹੀਂ ਕੀਤੀ ਕਿ ਮੈਂ ਤੈਨੂੰ ਛੱਡ ਕੇ ਜਾਣਾ। ਇਸ ਕਰਕੇ ਮਾਲਕ ਜੀ ਬਾਰ-ਬਾਰ ਸਾਨੂੰ ਸਮਝਾ ਰਹੇ ਨੇ ਕਿ ਮਨੁੱਖਾ ਸਮਝ ਜਾ, ਤੇਰੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਜਿੰਨਾ ਸਮਾਂ ਤੇਰੇ ਸਰੀਰ ਦੇ ਵਿੱਚ ਜੀਵਾਤਮਾ ਹੈ, ਤੇਰੇ ਅੰਦਰ ਸਵਾਸ ਨੇ, ਓਨਾ ਸਮਾਂ ਤੂੰ ਚੱਲਦਾ ਫਿਰਦਾ, ਸਤਿਕਾਰ ਬਹੁਤ ਹੈ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਤੈਨੂੰ ਜੀਵਾਤਮਾ ਨੇ ਛੱਡ ਦਿੱਤਾ, ਹਾਲਤ ਪਤਾ ਕੀ ਬਣ ਜਾਣੀ ਹੈ। ਤਨ ਤੇ ਪ੍ਰਾਨ ਹੋਤ ਜਬ ਨਿਆਰੋ, ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋ ਨਹ ਰੱਖੈ, ਘਰ ਤੇ ਦੇਤ ਨਿਕਾਰ। ਤੈਨੂੰ ਤੇਰੇ ਪਰਿਵਾਰ ਨੇ ਓਨਾ ਸਮਾਂ ਘਰ ਦੇ ਵਿੱਚ ਰੱਖਿਆ ਹੋਇਆ ਹੈ ਜਿੰਨਾ ਸਮਾਂ ਤੇਰੇ ਵਿੱਚ ਸਵਾਸ ਨੇ, ਜਿੰਨਾ ਸਮਾਂ ਤੇਰੇ ਵਿੱਚ ਜੀਵਾਤਮਾ ਪਤੀ ਤੇਰਾ ਤੇਰੇ ਨਾਲ ਵਸਦਾ। ਜਦੋਂ ਸਵਾਸ ਨਿਕਲ ਗਏ, ਟੇਰਤ ਪ੍ਰੇਤ ਪੁਕਾਰ, ਜਿਨ੍ਹਾਂ ਦੇ ਨਾਲ ਅਥਾਹ ਪਿਆਰ ਸੀ ਉਹ ਵੀ ਕਹਿਣ ਲੱਗ ਜਾਂਦੇ ਨੇ, ਇਹਨੂੰ ਛੇਤੀ ਛੇਤੀ ਲੈ ਚੱਲੋ, ਕਿਤੇ ਇਹ ਪ੍ਰੇਤ ਨਾ ਬਣ ਜਾਵੇ, ਕਿਤੇ ਸਾਨੂੰ ਨਾ ਚੰਬੜ ਜਾਵੇ। ਇਸ ਕਰਕੇ ਮਾਲਕ ਜੀ ਕਹਿੰਦੇ ਤੂੰ ਸਾਂਝ ਬਣਾ, ਤੇਰੇ ਕੋਲ ਸਮਾਂ ਬਹੁਤ ਥੋੜਾ ਹੈ। ਪੇਈੜੈ ਸ਼ਹਿ ਸੇਵ ਤੂੰ, ਸਾਹੁਰੜੈ ਸੁਖ ਵਸ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਸੰਸਾਰੀ ਤੌਰ ਤੇ ਅਸੀਂ ਵੇਖੀਏ ਗੁਰੂ ਪਿਆਰ ਵਾਲਿਓ, ਧੀਆਂ ਨੇ ਲੰਬੇ ਸਮੇਂ ਦੇ ਲਈ ਪੇਕੇ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਹੁੰਦਾ। 20 ਸਾਲਾਂ ਬਾਅਦ, 25 ਸਾਲਾਂ ਬਾਅਦ ਧੀਆਂ ਨੇ ਆਪਣਾ ਉਹਨਾਂ ਦਾ ਜਿਹੜਾ ਜੱਦੀ ਘਰ ਹੁੰਦਾ, ਜਿਸ ਘਰ ਦੇ ਵਿੱਚ ਪਲੀਆਂ ਖੇਡੀਆਂ ਵੱਡੀਆਂ ਹੋਈਆਂ, ਉਹਨਾਂ ਦੀ ਪਰਵਰਿਸ਼ ਹੋਈ,
ਕੁਝ ਸਮੇਂ ਬਾਅਦ ਉਸ ਨੂੰ ਛੱਡ ਕੇ ਚਲੇ ਜਾਣਾ ਹੈ। ਮਾਲਕ ਜੀ ਕਹਿੰਦੇ ਮਨੁੱਖਾ, ਇਹ ਜਿਹੜਾ ਸੰਸਾਰ ਹੈ ਨਾ, ਇਹ ਤੇਰਾ ਪੇਕਾ ਘਰ ਹੈ, ਤੇ ਜਿਹੜਾ ਪਰਲੋਕ ਹੈ ਉਹ ਸਾਹੁਰਾ ਘਰ ਹੈ। ਪੇਈੜੈ ਸਹੁ ਸੇਵ ਤੂੰ, ਸਾਹੁਰੜੈ ਸੁਖ ਵਸ। ਇਸ ਪੇਕੇ ਰੂਪੀ ਘਰ ਦੇ ਵਿੱਚ, ਸੰਸਾਰ ਦੇ ਵਿੱਚ, ਲੋਕ ਦੇ ਵਿੱਚ ਤੂੰ ਮਾਲਕ ਨੂੰ ਯਾਦ ਕਰ। ਜਿਹੜੀ ਜੀਵ ਰੂਪ ਇਸਤਰੀ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿ ਕੇ ਚੰਗੇ ਗੁਣ ਸਿੱਖ ਲੈਂਦੀ ਹੈ, ਜੀਵਨ ਦੇ ਵਿੱਚ ਚੰਗੇ ਗੁਣ ਅਪਣਾ ਲੈਂਦੀ ਹੈ, ਉਹ ਸਹੁਰੇ ਪਰਿਵਾਰ ਦੇ ਵਿੱਚ ਵੀ ਜਾ ਕੇ ਸੁਖੀ ਵਸਦੀ ਹੈ। ਗੁਰੂ ਪਿਆਰ ਵਾਲਿਓ, ਜਦੋਂ ਇੱਕ ਪਰਿਵਾਰ ਆਪਣੀ ਧੀ ਦਾ ਰਿਸ਼ਤਾ ਕਰਦਾ, ਸਭ ਕੁਝ ਵੇਖਦਾ, ਸਭ ਕੁਝ ਵੇਖਿਆ ਜਾਂਦਾ ਹੈ ਕਿ ਮੇਰੀ ਧੀ ਹੈ ਜਿਹੜੀ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਸੁਖੀ ਵਸੇ। ਮਾਲਕ ਜੀ ਕਹਿੰਦੇ ਸੱਜਣਾ, ਜੇ ਤੂੰ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਸੁਖੀ ਬਸਣਾ ਚਾਹੁੰਦਾ, ਫਿਰ ਤਿਆਰੀ ਸ਼ੁਰੂ ਕਰ ਲੈ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵਹੁ, ਜਿਤ ਸਵਰੈ ਮੇਰਾ ਕਾਜੋ। ਜੀਵ ਰੂਪ ਇਸਤਰੀ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੀ ਹੈ, ਮਾਲਕਾ ਮੈਨੂੰ ਉਹ ਦਾਜ ਦੇਈ, ਉਹਨਾਂ ਚੰਗੇ ਗੁਣਾਂ ਦਾ ਦਾਜ ਦੇਈ ਜਿਨ੍ਹਾਂ ਗੁਣਾਂ ਦੇ ਕਰਕੇ ਮੈਂ ਸਹੁਰੇ ਘਰ ਦੇ ਵਿੱਚ ਜਾ ਕੇ ਸੁਖੀ ਵਸਾਂ। ਸਾਨੂੰ ਵੀ ਇਸ ਗੱਲ ਦਾ ਪਤਾ ਹੈ ਗੁਰੂ ਪਿਆਰ ਵਾਲਿਓ, ਜਿਸ ਧੀ ਨੂੰ ਪੇਕੇ ਪਰਿਵਾਰ ਦੇ ਵਿੱਚ ਚੰਗੇ ਸੰਸਕਾਰ ਮਿਲੇ ਹੋਣ, ਚੰਗੇ ਗੁਣ ਮਿਲੇ ਹੋਣ, ਉਹ ਸਹੁਰੇ ਪਰਿਵਾਰ ਦੇ ਵਿੱਚ ਵੀ ਜਾ ਕੇ ਸੁਖੀ ਵਸਦੀ ਹੈ। ਪੇਵ ਕੜੈ ਦਿਨ ਚਾਰ ਹੈ, ਸਾਹੁਰੜੈ ਜਾਣਾ, ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ। ਮਾਲਕ ਜੀ ਕਹਿੰਦੇ ਪਰਲੋਕ ਰੂਪੀ ਸਹੁਰੇ ਘਰ ਦੇ ਵਿੱਚ ਜਾ ਕੇ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਦੀਆਂ ਨੇ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਪੇਕੇ ਰੂਪੀ ਘਰ ਦੇ ਵਿੱਚ ਮਾਲਕ ਦੇ ਨਾਮ ਦੀ ਸੰਭਾਲ ਕੀਤੀ ਹੈ। ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਆਪਣੇ ਮਾਣ ਹੰਕਾਰ ਦੇ ਵਿੱਚ ਹੀ ਫਿਰਦਾ ਰਿਹਾ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੂ। ਸੱਜਣਾ, ਕਾਹਦਾ ਹੰਕਾਰ ਕਰਦਾ? ਬੜੀਆਂ ਤਾਕਤਾਂ ਦੇ ਮਾਲਕ, ਬੜੇ ਪੈਸੇ ਵਾਲੇ, ਮੈਂ ਇਸ ਸੰਸਾਰ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਮਰਨ ਤੋਂ ਬਾਅਦ ਜਦੋਂ ਸਰੀਰ ਨੂੰ ਜਲਾਇਆ ਜਾਂਦਾ ਮਿੱਟੀ ਹੁੰਦਾ ਵੇਖਿਆ, ਕਾਹਦਾ ਮਾਣ ਹੈ? ਇਸ ਕਰਕੇ ਮਾਲਕ ਜੀ ਕਹਿੰਦੇ ਤੂੰ ਇਸ ਪੇਕੇ ਘਰ ਦੇ ਵਿੱਚ ਉਹਨਾਂ ਗੁਣਾਂ ਦੀ ਸੰਭਾਲ ਕਰ ਜਿਨ੍ਹਾਂ ਗੁਣਾਂ ਕਰਕੇ ਤੇਰਾ ਪਰਲੋਕ ਹੈ ਜਿਹੜਾ ਸੁਹੇਲਾ ਹੋ ਜਾਵੇ। ਗੁਰੂ ਪਿਆਰ ਵਾਲਿਓ, ਜਿੰਨਾ ਸਮਾਂ ਮਨੁੱਖ ਦੀ ਮਾਲਕ ਦੇ ਨਾਮ ਦੇ ਨਾਲ ਸਾਂਝ ਨਹੀਂ ਹੈ ਨਾ, ਮਨੁੱਖ ਦਾ ਜੀਵਨ ਹੈ ਜਿਹੜਾ ਵਿਕਾਰਾਂ ਦੀ ਭੱਠੀ ਦੇ ਵਾਂਗ ਸੜਦਾ ਹੈ। ਜਦੋਂ ਮਾਲਕ ਦੇ ਨਾਲ ਸਾਂਝ ਬਣ ਜਾਂਦੀ ਹੈ, ਅਵਸਥਾ ਬਣ ਜਾਂਦੀ ਹੈ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾਂ। ਇਹ ਜੀਵ ਰੂਪ ਇਸਤਰੀ ਸਹੁਰੇ ਘਰ ਦੇ ਵਿੱਚ ਜਾ ਕੇ ਸੁਖੀ ਵਸੇ। ਪਿਛਲੇ ਸ਼ਬਦ ਵਿੱਚ ਵੀ ਸਾਂਝ ਪਾ ਕੇ ਹਟਿਆ, ਤੋਸ਼ਾ ਬੰਧੋ ਜੀ ਕਾ ਐਥੈ ਉਥੈ ਨਾਲ। ਚੰਗੇ ਗੁਣਾਂ ਦਾ ਧਨ ਇਕੱਠਾ ਕਰ, ਜਿਹੜਾ ਕਿ ਲੋਕ ਵਿੱਚ ਵੀ ਸਹਾਈ ਹੋਵੇ, ਪਰਲੋਕ ਵਿੱਚ ਵੀ ਸਹਾਈ ਹੋਵੇ। ਮਾਲਕ ਜੀ ਕਹਿੰਦੇ ਸਭਨਾ ਸਾਹੁਰੈ ਬੰਝਣਾ, ਸਭ ਮੁਕ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਸਭਨਾ ਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਇਸ ਸੰਸਾਰ ਦੀਆਂ ਜੀਵ ਰੂਪ ਇਸਤਰੀਆਂ ਨੇ ਸਾਰਿਆਂ ਨੇ ਮੁਕਲਾਵੇ ਜਾਣੇ, ਸਾਰਿਆਂ ਨੇ ਇਸ ਸੰਸਾਰ ਰੂਪੀ ਪੇਕੇ ਘਰ ਨੂੰ ਛੱਡ ਕੇ ਪਰਲੋਕ ਰੂਪੀ ਸਹੁਰੇ ਘਰ ਦੇ ਵਿੱਚ ਚਲੇ ਜਾਣੇ। ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਉਹ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਹੈ, ਉਹ ਸੁਹਾਗਣੀ ਹੈ ਜਿਸ ਦਾ ਮਾਲਕ ਪ੍ਰਭੂ ਦੇ ਚਰਨਾਂ ਦੇ ਨਾਲ ਪਿਆਰ ਬਣ ਗਿਆ। ਮਾਲਕ ਰਹਿਮਤ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾਂ ਨੂੰ ਲੈ ਕੇ ਆਈਏ ਜਿਨ੍ਹਾਂ ਗੁਣਾਂ ਕਰਕੇ ਸਾਡਾ ਲੋਕ ਤੇ ਪਰਲੋਕ ਵੀ ਸੁਹੇਲਾ ਹੋ ਜਾਵੇ। ਹੋਈਆਂ ਭੁੱਲਾਂ ਦੀ ਖਿਮਾ,
ਸਮੇਂ ਦੀ ਸਮਾਪਤੀ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਭਨਾ ਸਾਹੁਰੈ ਵੰਜਣਾ, ਸਭ ਮੁਖ ਲਾਵਣ ਹਾਰ। ਨਾਨਕ ਧੰਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤ ਪਿਤਾ ਉਮਰੀ ਕਿਰਪਾ ਸੁਤ ਕਨੇਰੇ ਹੋਇਨਾ ਸਗਰੀ ਤੁਮਰਾ ਹੋਤੇ ਹੋਏ ਸੋ ਉਮਰੀ ਗਤ ਮਿਤ ਤੁਮਹੀ ਜਾਨ। ਨਾਨਕ ਦਾਸ ਸਦਾ ਗੁਰੂ खुद आगे अरदास हमारी। जियो पिंड सब कहो नानक सब तेरी वड्याई, कोई नाम न जान मेरा वाहिगुरु। बोलना जी सतनाम श्री वाहिगुरु 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 साहिब जीओ। अरदास एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर का गुरु नानक ली ध्याए, फिर अंगद गुर ते अमरदास रामदास सिंह सहाय। अर्जुन हरगोबिंद नु सिमरो श्री हराय, श्री हर कृष्ण ध्याइए से डिठे सब दुख जाए। तेग बहादुर सिमरिया कर नाउन दा बताए सब थई सहाय। दसवें पातशाह साहिब श्री गुरु गोबिंद सिंह जी महाराज सब थाई सहाय, सब थाई सहाय। दसां पातशाहियों की जोत साहिब श्री गुरु ग्रंथ साहिब जी के पाठ दर्शन दीदार का ध्यान करके बोलो जी। पंजा प्यारियां चौहां साहिबजादियां 40 मुक्तियां हठियां जपियां तपियां, जिन्ना नाम जपिया वंड छकिया। देग चलाई तेग वाही देख के अनृठ कीता। तिन्हां प्यारियां सचियारियां दी पवित्र कमाई दा ध्यान करके बोलो जी। जिन्हां ਸਿੰਘਾਂ ਸਿੰਘਣੀਆਂ ने धर्म हेत ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਰਸ਼ੀਆ ਰਿਆਇਤ ਦੇਗ ਤੇਗ ਫਤਿਹ। बिरद की पैज पंथ की जीत श्री साहिब जी सहाय। खालसा जी के बोल वाले बोलो जी। सिखा नु सिखी दान केस दान, रहत दान विवेक दान, विसाह दान भरोसा दान, दाना सरदान नाम दान। श्री अमृतसर जी के दर्शन इशनान। चौकियां झंडे बुंगे जुगो जुग अटल धर्म का जयकार बोलो जी। सिखा दा मन नीवा, मत उची मत बत के राखे आप वाहिगुरु। हे अकाल पुरख अपने पंथ दे सदा सहाई दातार जीओ। श्री ननकाना साहिब ते होर आद गुरुद्वारियां गुरधामां, जिन्हां तो पंथ नूं विछोड़िया गया है, खुले दर्शन दीदार ते सेवा संभाल दा दान खालसा पंथ नूं बख्शो। हे निमाणियां दे मान, निताणियां दे ताण, निओटियों के ओट, निआसरियों के आसरे। बाणी के चबर छतर तखत दे मालक गदी ते विराजमान। जुगो जुग अटल धन धन साहिब श्री गुरु ग्रंथ साहिब जी महाराज जी। दातार पिता जी इस वक्त आप जी दी पावन पवित्र हजूरी चरणा कमलों चों अरदास बेनती जोदड़ी कीती जांदी है।
ਪ੍ਰਵਾਨ ਕਰਿਓ ਜੀ। ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ 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 ਕੀਤਾ ਜੀ। ਅੰਮ੍ਰਿਤ ਵੇਲੇ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਉਪਰੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੀ ਪਾਵਨ ਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਹੋਈ। ਗੁਰਬਾਣੀ ਜਾਪ ਕਰਦਿਆਂ ਸ਼ਬਦ ਦੀ ਵਿਚਾਰ ਕਰਦਿਆਂ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਦੀਆਂ ਖਿਮਾ ਬਖਸ਼ਣੀਆਂ ਗਾਤ ਸਮਤ ਬਖਸ਼ਿਸ਼ ਕਰਨੀ ਜੀ। ਪੜੀ ਸੁਣੀ ਗੁਰਬਾਣੀ ਦਾ ਭਾਵ ਸਰਬੱਤ ਸੰਗਤਾਂ ਹਿਰਦਿਆਂ 'ਚ ਵਸਾਉਣਾ। ਸਤਿਗੁਰੂ ਜੀ ਸਰਬੱਤ ਸੰਗਤ ਦੇ ਸੀਸ ਤੇ ਮੇਰਾ ਪ੍ਰਿਅਥ ਰੱਖਣਾ। ਦੇ ਰੂਪ ਤਾਰੀ ਦਾਤਾਂ ਪ੍ਰਦਾਨ ਕਰਨੀਆਂ ਜੀ। ਦਰੋਂ ਘਰੋਂ ਗੁਰਸਿੱਖੀ ਜੀਵਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ। ਨਗਰ ਖੇੜੇ ਸੁਖ ਰਤਾਵਣੀ ਦੇਸ਼ਾਂ ਵਿਦੇਸ਼ਾਂ ਵਿਖੇ ਮੇਰਾ ਪ੍ਰਿਅਥ ਰੱਖਣਾ। ਸਤਿਗੁਰੂ ਜੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਪੁੱਟੇ ਲੇਖੇ ਵਿੱਚ ਲਾਉਣੇ ਦਾਤਾਰ ਪਿਤਾ ਜੀਓ। ਇਸ ਵਕਤ ਆਪ ਜੀ ਅੰਦਰ ਕਰਦੇ ਪੀਤਵਾਨ ਬੀਬੀ ਗੁਰਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨਿਆ ਪ੍ਰਸਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਏ। ਸਤਿਗੁਰੂ ਜੀ ਸੇਵਕ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਿਅਥ ਰੱਖਣਾ। ਚੜ੍ਹਦੀਆਂ ਕਲਾ ਵੱਲ ਜੀਵਨ ਪ੍ਰਦਾਨ ਕਰਨਾ। ਦਰੋਂ ਘਰੋਂ ਗੁਰਸਿੱਖੀ ਜੀਵਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ। ਕਾਰੋਬਾਰ 'ਚ ਵਰਤਾਂ ਪਾਉਣੀਆਂ ਦੇਸ਼ਾਂ ਵਿਦੇਸ਼ਾਂ ਵਿਖੇ ਮੇਰਾ ਪ੍ਰਿਅਥ ਰੱਖਣਾ। ਮਹਾਰਾਜ ਇਸ ਵਕਤ ਦੀਵਾਨ ਦੀ ਸੰਪੂਰਨ ਸਮਾਪਤੀ ਦੀ ਅਰਦਾਸ ਬੇਨਤੀ ਜੀ ਕਰੋ ਕਿਰਪਾ। ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਮਹਾਰਾਜ। ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ। ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਮੁਚ ਹੈ ਗੁਰੂ ਜੀ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਕੀ ਰਹਿਣਾ। ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣਹਾਰ ਦਿਆਲਾ। ਨਾਨਕ ਘਰ ਕੇ ਗੋਲੇ। ਜਿਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੋ ਪਾਓ। ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪਾ। ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ। ਸੁਖ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾਰ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾਰ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ, ਰਹਾਉ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਤਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।